ਬਣਾਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰੂ ਨਾਨਕ ਕੀ ਵਡਿਆਈ। ਕਚੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੈ ਸੁਣਿਓ, ਬਿਖਤੇ ਅੰਮ੍ਰਿਤ ਹੋਇਓ। ਨਾਮ ਸਤਿਗੁਰ ਮੁਖ ਭਣਿਓ, ਲੋਹ ਹੋਇਓ ਲਾਲ। ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਣਕ ਕਰੈ। ਗਿਆਨ ਗੁਰ ਕਹਿਓ ਵਿਚਾਰੈ, ਪਾਹਣ ਮਾਣਕ ਕਰੈ। ਗਿਆਨ ਗੁਰ ਕਹਿਓ ਵਿਚਾਰੈ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਕਾਠੋਂ ਸ਼੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ਼ ਪ੍ਰੇਤ ਸੁਰ ਨਰ ਭਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਿਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਭਏ ਨਿਹਾਲ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਤੁਮਰੀ ਮਹਿਮਾ ਬਰਨ ਨਾ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਜੁਗੋ ਜੁਗ ਅਟਲ ਸਤਿਗੁਰੂ ਗੁਰਗੱਦੀ ਤੇ ਸੁਭਾਈਮਾਨ ਗਰੀਬ ਨਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਤਿਗੁਰੂ ਭਗਤ ਵਚਲ ਪਤਿਤ ਪਾਵਨ ਕਰੁਣਾ ਨਿਧਾਨ ਮਹਾਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤਮਈ ਹਜ਼ੂਰੀ ਵਿਖੇ ਚਰਨ ਸ਼ਰਨ ਵਿਖੇ ਰੋਜ਼ਾਨਾ ਦੀ ਤਰ੍ਹਾਂ ਜੁੜ ਮਿਲ ਬੈਠੀ ਸਨਮਾਨ ਔਰ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ, ਗੁਰੂ ਸਾਹਿਬ ਜੀ ਦੀਆਂ ਬੇਅੰਤ ਰਹਿਮਤਾਂ ਔਰ ਬਖਸ਼ਿਸ਼ਾਂ ਹੋਈਆਂ ਹਨ।
ਗੁਰਸੰਗਤ ਰੂਪ 'ਚ ਜੁੜ ਬੈਠਣ ਦਾ ਸੁਭਾਗ ਸਮਾਂ ਮਿਲਿਆ। ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਪਿਆਰ ਔਰ ਸਤਿਕਾਰ ਸਹਿਤ ਆਪ ਜੀ ਨੇ ਸ਼ਰਵਣ ਕਰਦੇ ਹੋਏ ਇਹਨਾਂ ਸੁਭਾਗ ਘੜੀਆਂ ਨੂੰ ਸਫਲ ਬਣਾਇਆ ਹੈ। ਉਪਰੰਤ ਆਓ ਗੁਰਬਾਣੀ ਵਿਚਾਰ ਸ਼੍ਰੋਮਣੀ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਔਰ ਪਵਿੱਤਰ ਬਚਨਾਂ ਦੀ ਵਿਚਾਰ ਦੀ ਸਾਂਝ ਪਾਈਏ। ਸਭ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਅਦਬ ਔਰ ਪਿਆਰ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਕਬੀਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਕੀਤੇ ਹੋਏ ਅੰਮ੍ਰਿਤਮਈ ਸ਼ਲੋਕਾਂ ਦੀ ਆਪ ਜੀ ਰੋਜ਼ਾਨਾ ਪਿਆਰ ਸਹਿਤ ਸਤਿਕਾਰ ਸਹਿਤ ਵਿਚਾਰ ਸ਼ਰਵਣ ਕਰਦੇ ਹੋ। ਔਰ ਪਿਛਲੇਰਿਆਂ ਦੀਵਾਨਾਂ 'ਚ ਕਬੀਰ ਸਾਹਿਬ ਜੀ ਵੱਲੋਂ ਉਚਾਰਨ ਕੀਤੇ ਹੋਏ 44 ਸ਼ਲੋਕਾਂ ਤੱਕ ਦੀ ਵਿਚਾਰ ਆਪ ਜੀ ਨੇ ਸ਼ਰਵਣ ਕੀਤੀ ਹੈ। ਅੱਜ 45 ਨੰਬਰ ਸ਼ਲੋਕ ਜੀ ਦੀ ਵਿਚਾਰ ਦੀ ਸਾਂਝ ਆਪਾਂ ਪਾਉਣੀ ਹੈ। ਇਸ ਸ਼ਲੋਕ ਅੰਦਰ ਭਗਤ ਕਬੀਰ ਜੀ ਨੇ ਦੋ ਪੱਖਾਂ ਦੀ ਗੱਲ ਕੀਤੀ ਹੈ। ਉਹਨਾਂ ਦੇ ਬਚਨ ਹਨ, ਕਬੀਰ ਮੈਂ ਜਾਣਿਓ ਪੜ੍ਹੋ ਭਲੋ, ਪੜ੍ਹਬੇ ਸਿਉ ਭਲ ਜੋਗ। ਇੱਕ ਪੜ੍ਹਾਈ ਦੀ ਗੱਲ ਹੈ, ਇੱਕ ਰੱਬੀ ਮਿਲਾਪ ਦੀ ਗੱਲ ਹੈ, ਮਾਲਕ ਦੇ ਨਾਲ ਜੁੜਨ ਦੀ ਗੱਲ ਹੈ। ਔਰ ਪੜ੍ਹਨਾ ਬਹੁਤ ਜ਼ਰੂਰੀ ਹੈ। ਗੁਰਬਾਣੀ 'ਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪੜ੍ਹਾਈ ਬਾਰੇ, ਪੜ੍ਹਨ ਬਾਰੇ ਵੱਖ-ਵੱਖ ਨਜ਼ਰੀਏ ਉਹਨਾਂ ਨੇ ਸਾਡੇ ਸਾਹਮਣੇ ਰੱਖੇ ਹਨ। ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਪ੍ਰਚਾਰ ਫੇਰੀਆਂ ਦੀ ਗੱਲ ਕਰੀਏ ਤੇ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨ ਪੰਡਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲੇ। ਜਿਹੜੇ ਨਗਰ ਕਾਸ਼ੀ ਵਿਖੇ ਭਗਤ ਕਬੀਰ ਸਾਹਿਬ ਜੀ ਰਹਿੰਦੇ ਨੇ, ਇਹ ਕਾਸ਼ੀ, ਇਹਨੂੰ ਵਿਦਿਆ ਕੇਂਦਰ ਵੀ ਕਿਹਾ ਜਾਂਦਾ ਸੀ। ਵਿਦਿਆ ਕੇਂਦਰ, ਜਿੱਥੇ ਬਹੁਤ ਉੱਚ ਕੋਟੀ ਦੇ ਪੜ੍ਹੇ ਹੋਏ ਵਿਦਵਾਨ ਪੰਡਤ ਰਹਿੰਦੇ ਸਨ। ਤੇ ਕੇਵਲ ਰਹਿੰਦੇ ਹੀ ਨਹੀਂ ਸਨ, ਬਲਕਿ ਉੱਥੇ ਲਗਾਤਾਰ ਅੱਗੇ ਪੜ੍ਹਾਇਆ ਵੀ ਜਾਂਦਾ ਸੀ। ਇਤਿਹਾਸ 'ਚ ਤਾਂ ਇੱਥੋਂ ਤੱਕ ਲਿਖਿਆ ਹੈ ਕਿ ਦਸਮ ਪਾਤਸ਼ਾਹ ਜੀ ਦੇ ਸਮੇਂ ਵੀ ਮਹਾਰਾਜ ਨੇ ਕੁਝ ਸਿੱਖਾਂ ਨੂੰ ਉੱਥੇ ਭੇਜਿਆ ਸੀ ਸੰਸਕ੍ਰਿਤ ਆਦਿਕ ਵਿਦਿਆ ਗ੍ਰਹਿਣ ਕਰਨ ਦੇ ਲਈ, ਪੜ੍ਹਨ ਦੇ ਲਈ। ਔਰ ਉਦੋਂ ਬਾਅਦ ਫਿਰ ਸਤਿਗੁਰੂ ਨੇ ਵੇਖਿਆ ਕਿ ਜਿਹੜੇ ਲੋਕ ਉੱਥੇ ਗਏ, ਠੀਕ ਹੈ, ਉਹਨਾਂ ਨੇ ਉਹ ਵਿਦਿਆ ਤੇ ਭਾਵੇਂ ਪੜ੍ਹੀ, ਪਰ ਕਿਉਂਕਿ ਉੱਥੋਂ ਦਾ ਮਾਹੌਲ ਸਾਰਾ ਸਨਾਤਨੀ ਮਾਹੌਲ ਸੀ, ਜਿਸ ਕਰਕੇ ਬਹੁਤ ਸਾਰੀਆਂ ਐਸੀਆਂ ਪਰੰਪਰਾਵਾਂ ਦਾ ਪ੍ਰਭਾਵ ਵੀ ਉੱਥੇ ਪੜ੍ਹਨ ਵਾਲਿਆਂ ਦੇ ਮਨ 'ਤੇ ਪਿਆ, ਜਿਨ੍ਹਾਂ ਦਾ ਗੁਰਮਤਿ ਦੇ ਨਾਲ, ਜਿਹੜੀਆਂ ਪਰੰਪਰਾਵਾਂ ਵਿਚਾਰਾਂ ਦਾ ਕੋਈ ਤਾਲਮੇਲ ਨਹੀਂ ਸੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਗੁਰੂ ਕੀ ਕਾਂਚੀ ਕਿਹਾ। ਉੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਵੀ ਸਿੱਖਾਂ ਨੂੰ ਗੁਰਬਾਣੀ ਦੀ ਅਰਥ ਵਿਚਾਰ ਦ੍ਰਿੜ ਕਰਵਾਈ। ਤੇ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਉਹਨਾਂ ਨੇ ਵੀ ਉੱਥੇ ਪੜ੍ਹਨ ਤੇ ਪੜ੍ਹਾਉਣ ਦੇ ਜਿਹੜੇ ਕਾਰਜ ਨੇ ਉਹ ਬਹੁਤ ਲੰਬਾ ਸਮਾਂ ਕੀਤੇ। ਸੋ ਵਿਚਾਰ ਤੇ ਆਈਏ ਕਿ ਕਾਸ਼ੀ ਨਗਰ, ਜਿਹਨੂੰ ਬਨਾਰਸ, ਵਨਾਰਸੀ ਕਈ ਨਾਵਾਂ ਦੇ ਨਾਲ ਜਾਣਿਆ ਜਾਂਦਾ ਹੈ, ਇੱਥੇ ਹੁਣ ਬਹੁਤ ਸਾਰੇ ਵਿਦਵਾਨ ਪੜ੍ਹੇ ਲਿਖੇ ਪੰਡਤ ਲੋਕ ਸਨ। ਕਬੀਰ ਸਾਹਿਬ ਜੀ ਦਾ ਵੀ ਉੱਥੇ ਹੀ ਜੀਵਨ ਗੁਜ਼ਰਿਆ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਵੀ ਇਸ ਕਾਸ਼ੀ ਨਗਰ ਵਿਖੇ ਗਏ ਹਨ ਤੇ ਪੰਡਤਾਂ ਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਦੀਆਂ ਵਿਚਾਰਾਂ ਵੀ ਹੋਈਆਂ। ਇੱਥੋਂ ਤੱਕ ਇਤਿਹਾਸ 'ਚ ਲਿਖਿਆ ਮਿਲਦਾ ਹੈ, ਜਿਹੜੇ ਆਪਾਂ ਪਿੱਛੇ ਸਹਿਸਕ੍ਰਿਤੀ ਸ਼ਲੋਕ ਵਿਚਾਰ ਸਹਿਤ ਪੜ੍ਹੇ ਹਨ,
4 ਸ਼ਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ। ਤੇ ਇਹ ਜਿਹੜੇ ਸ਼ਲੋਕ ਹਨ ਇਹ ਉਸੇ ਜਗ੍ਹਾ ਤੇ ਕਾਂਸ਼ੀ ਵਿਖੇ ਪੰਡਤਾਂ ਦੇ ਨਾਲ ਵਿਚਾਰ ਕਰਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ। ਕਹਿਣ ਦਾ ਭਾਵ ਕਿ ਪੰਡਤ ਵਿਦਵਾਨ ਲੋਕ ਤਾਂ ਬਹੁਤ, ਪਰ ਅਕਸਰ ਜੋ ਗੁਰੂ ਕੇ ਜੀਵਨ ਇਤਿਹਾਸ 'ਚੋਂ ਸਾਨੂੰ ਮਿਲਦਾ ਹੈ ਕਿ ਇਹ ਜਿਹੜੇ ਪੜ੍ਹੇ ਲਿਖੇ ਲੋਕ ਸਨ, ਜਿੱਥੇ ਇਹਨਾਂ ਦੇ ਕੋਲ ਬਹੁਤ ਗਿਆਨ ਸੀ ਉੱਥੇ ਗਿਆਨ ਦਾ ਅਭਿਮਾਨ, ਗਿਆਨ ਦਾ ਹੰਕਾਰ ਵੀ ਬਹੁਤ ਜ਼ਿਆਦਾ। ਪੜ੍ਹੇ ਤੇ ਸਨ ਪਰ ਪੜ੍ਹ ਕੇ ਨਾ ਤੇ ਇਹਨਾਂ ਨੇ ਆਪਣੇ ਜੀਵਨ 'ਚੋਂ ਬੁਰਾਈਆਂ ਨੂੰ, ਹਉਮੈ ਨੂੰ, ਹੰਕਾਰ ਨੂੰ ਮੁਕਾਇਆ, ਤੇ ਨਾ ਇਹਨਾਂ ਨੇ ਵਿਦਿਆ ਤੇ ਪੜ੍ਹਾਈ ਦਾ ਜਿਹੜਾ ਪੜ੍ਹਾਈ ਦੀ ਵਰਤੋਂ ਹੈ ਉਹ ਦੂਜਿਆਂ ਦੇ ਜੀਵਨ 'ਚੋਂ ਹਉਮੈ ਤੇ ਹੰਕਾਰ ਨੂੰ ਖਤਮ ਕਰਨ ਦੇ ਲਈ ਕੀਤੀ। ਇਹ ਜਗ੍ਹਾ ਜਗ੍ਹਾ 'ਤੇ ਬਹਿਸ ਬਸਾਈ ਕਰਦੇ ਸਨ। ਪੜ੍ਹਾਈ ਤੇ ਵਿਦਿਆ ਦੇ ਸਹਾਰੇ ਦੂਜਿਆਂ ਨੂੰ ਨੀਵਾਂ ਵਿਖਾਉਣਾ, ਆਪਣੇ ਆਪ ਨੂੰ ਉੱਚਾ ਸਾਬਤ ਕਰਨਾ। ਜਿਵੇਂ ਪੰਡਿਤ ਬ੍ਰਹਮਦਾਸ, ਉਹਦੇ ਨਾਲ ਗੁਰੂ ਨਾਨਕ ਮਹਾਰਾਜ ਜੀ ਉਹਨਾਂ ਦੀ ਵਿਚਾਰ ਚਰਚਾ ਹੋਈ ਸੀ ਮਟਨ ਵਿਖੇ। ਇਹ ਵੀ ਬੜਾ ਪੜ੍ਹਿਆ ਲਿਖਿਆ ਵਿਦਵਾਨ ਉੱਚ ਕੋਟੀ ਦਾ ਪੰਡਿਤ ਸੀ। ਇਹਦੇ ਮਨ 'ਚ ਵੀ ਆਪਣੀ ਪੜ੍ਹਾਈ ਦਾ ਬੜਾ ਹੰਕਾਰ, ਤੇ ਦੂਜਿਆਂ ਦੇ ਨਾਲ ਬਹਿਸ ਬਸਾਈ ਇਹਨੇ ਕਰਨੀ, ਝਗੜੇ ਕਰਨੇ, ਦੂਜਿਆਂ ਦੇ ਹਰਾ ਕੇ ਗ੍ਰੰਥ ਆਦਿਕ ਵੀ ਆਪਣੇ ਕਬਜ਼ੇ 'ਚ ਲੈ ਲੈਣੇ। ਜਿਸ ਕਰਕੇ ਗੁਰੂ ਨਾਨਕ ਮਹਾਰਾਜ ਜੀ ਨੂੰ ਕਹਿਣਾ ਵੀ ਪਿਆ ਕਿ ਗੱਲ ਕੇਵਲ ਪੜ੍ਹਨ ਦੀ ਨਹੀਂ ਹੈ। ਜੇ ਪੜ੍ਹੇ ਹੋਏ ਨੂੰ ਵਿਚਾਰਿਆ ਔਰ ਜੀਵਨ 'ਚ ਕਮਾਇਆ ਨਾ ਗਿਆ ਤੇ ਪੜ੍ਹਿਆ ਹੋਇਆ ਵੀ ਕਿਸੇ ਲੇਖੇ ਨਹੀਂ ਹੈ। ਉੱਥੇ ਉਹਨਾਂ ਨੇ ਬਚਨ ਵੀ ਕਹੇ ਕਿ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ। ਮਹਾਰਾਜ ਦੇ ਉਪਦੇਸ਼ ਸਨ, ਨਾਨਕ ਲੇਖੈ ਇੱਕ ਗੱਲ ਹੋਰ, ਹਉਮੈ ਚੱਖਣਾ ਝਾਕ। ਹੁਣ ਕਬੀਰ ਸਾਹਿਬ ਜੀ ਕਹਿੰਦੇ ਕਿ ਮੈਂ ਬਹੁਤ ਸਾਰੇ ਪੜ੍ਹਿਆਂ ਨੂੰ ਵੇਖਿਆ, ਪੜ੍ਹਾਈ ਤਾਂ ਉਹਨਾਂ ਦੇ ਕੋਲ ਸੀ ਪਰ ਜਿੰਨੇ ਪੜ੍ਹੇ ਓਨੇ ਹੀ ਜ਼ਿਆਦਾ ਉਹ ਕੜੇ ਪਏ ਸਨ। ਇੱਕ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਮੁੱਖ ਵਾਕ ਆਪਾਂ ਪੜ੍ਹਦੇ ਹਾਂ, ਜਿੱਥੇ ਕਬੀਰ ਸਾਹਿਬ ਫਰਮਾਨ ਕਰਦੇ ਹਨ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਿਉਂਕਿ ਗੁਰੂ का ਇੱਕ ਯਤਨ ਹੈ ਕਿ ਪੜ੍ਹਨ ਵਾਲਿਆਂ ਨੂੰ ਪੜ੍ਹਨ ਦੀ ਸਮਝ ਆ ਜਾਵੇ, ਸੁਣਨ ਵਾਲਿਆਂ ਨੂੰ ਸੁਣਨ ਦੀ ਸਮਝ ਆਵੇ, ਗਾਉਣ ਵਾਲਿਆਂ ਨੂੰ ਗਾਉਣ ਦਾ ਪਤਾ ਲੱਗੇ ਕਿ ਗਾਉਣਾ ਕਿੱਦਾਂ ਹੈ, ਤੇ ਵਿਚਾਰਨ ਵਾਲਿਆਂ ਨੂੰ ਵਿਚਾਰਨ ਦਾ ਪਤਾ ਲੱਗੇ ਵਿਚਾਰਨਾ ਕੀ ਹੈ। ਕਬੀਰ ਸਾਹਿਬ ਕਹਿੰਦੇ ਕਿਆ ਪੜ੍ਹੀਐ, ਕੀ ਪੜ੍ਹਿਆ ਜਾਏ, ਕਿਆ ਪੜ੍ਹੀਐ ਕਿਆ ਸੁਣੀਐ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਕਹਿੰਦੇ ਪੜ੍ਹੇ ਦਾ, ਸੁਣੇ ਦਾ, ਵਿਚਾਰੇ ਦਾ ਲਾਭ ਕੀ ਜੇ ਪੜ੍ਹਨ ਸੁਣਨ ਗਾਉਣ ਤੋਂ ਬਾਅਦ ਵੀ ਜੀਵਨ ਅੰਦਰ ਸਹਿਜ ਨਹੀਂ ਹੈ, ਜੀਵਨ ਅੰਦਰ ਟਿਕਾ ਨਹੀਂ ਹੈ, ਜੀਵਨ ਅੰਦਰ ਧੀਰਜ ਨਹੀਂ ਹੈ, ਸੰਤੋਖ ਨਹੀਂ ਹੈ। ਇੱਦਾਂ ਗੱਲ ਨਹੀਂ ਬਣਨੀ। ਇੱਕ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਚਨ ਕਹਿੰਦੇ, ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਪੜ੍ਹਿਆ ਬਹੁਤ ਗਿਆ ਪਰ ਪੜ੍ਹੇ ਹੋਏ ਦਾ ਨਾਲ ਦੀ ਨਾਲ ਅੰਦਰ ਹਉਮੈ ਤੇ ਹੰਕਾਰ ਦਾ ਪ੍ਰਭਾਵ ਵੀ ਮਨ ਤੇ ਪੈਂਦਾ ਗਿਆ। ਤੇ ਮਹਾਰਾਜ ਕਹਿੰਦੇ ਉਹ ਪੜ੍ਹੇ ਹੋਏ ਦਾ ਕੀ ਲਾਭ, ਜਿਸ ਪੜ੍ਹੇ ਹੋਏ ਨੂੰ ਜੀਵਨ ਦੇ ਅੰਦਰ ਢਾਲਿਆ ਨਾ ਗਿਆ, ਜਿਸ ਪੜ੍ਹੇ ਹੋਏ ਤੂੰ ਪੜ੍ਹ ਕੇ ਵੀ ਫਿਰ ਜੀਵਨ ਅੰਦਰ ਕੋਈ ਤਬਦੀਲੀ, ਕੋਈ ਬਦਲਾਓ ਨਾ ਆਇਆ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ। ਮਹਾਰਾਜ ਕਹਿੰਦੇ ਪੜ੍ਹ ਤਾਂ ਲਿਆ ਪਰ ਜਿਹੜੇ ਵਿਕਾਰਾਂ ਤੋਂ, ਬੁਰਾਈਆਂ ਤੋਂ, ਮਾੜੀਆਂ ਆਦਤਾਂ ਤੋਂ ਪੜ੍ਹ ਕੇ ਖਹਿੜਾ ਛਡਾਉਣਾ ਸੀ, ਉਹ ਵਿਕਾਰ ਨਹੀਂ ਛੱਡੇ, ਉਹ ਬੁਰਾਈਆਂ ਨਹੀਂ ਛੱਡੀਆਂ, ਉਹ ਮਾੜੀਆਂ ਆਦਤਾਂ ਨਹੀਂ ਛੱਡੀਆਂ, ਬਲਕਿ
ਪੜ੍ਹੇ ਹੋਏ ਦਾ ਹੰਕਾਰ ਜ਼ਰੂਰ ਮਨ ਅੰਦਰ ਹੋਰ ਵੱਧ ਗਿਆ ਕਿ ਮੈਂ ਬਹੁਤ ਪੜ੍ਹਿਆ ਹਾਂ। ਅਧਿਕ ਅਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਹਾਰ ਪਰਿਓ ਸੁਆਮੀ ਕੈ ਦੁਆਰਾ ਦੀਜੈ ਬੁੱਧ ਬਵੇਕਾ। ਮਹਾਰਾਜ ਕਹਿੰਦੇ ਪਿਆਰੇ, ਇੱਦਾਂ ਮਾਲਕ ਦਾ ਮਿਲਾਪ ਹਾਸਲ ਨਹੀਂ ਹੋ ਸਕਦਾ। ਇਨ ਬਿਦ ਮਿਲਨ ਨਾ ਜਾਈ, ਕਹਿੰਦੇ ਅਸੀਂ ਬੜੇ ਕਰਮ ਕਰ ਕਰਕੇ ਵੇਖ ਲਏ ਹਨ, ਇਹਨਾਂ ਕਰਮਾਂ ਦੇ ਨਾਲ ਹਉਮੈ ਤੇ ਵੱਧਦੀ ਹੈ, ਪਰ ਜੋ ਮੰਜ਼ਿਲ ਹਾਸਲ ਕਰਨੀ ਹੈ ਬੰਦਾ ਉੱਥੋਂ ਤੱਕ ਪਹੁੰਚ ਨਹੀਂ ਪਾਉਂਦਾ। ਤੇ ਜਿੰਨੀ ਦੇਰ ਤੱਕ ਜੀਵਨ ਅੰਦਰ ਵਿਵੇਕਤਾ ਨਹੀਂ ਹੈ, ਭਲੇ ਬੁਰੇ ਦੀ ਸਮਝ ਨਹੀਂ ਹੈ, ਉਨੀ ਦੇਰ ਤੱਕ ਮਨੁੱਖ ਸਹੀ ਮਾਰਗ 'ਤੇ ਚੱਲਦਿਆਂ ਹੋਇਆਂ ਤੇ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ। ਕਬੀਰ ਸਾਹਿਬ ਕਹਿੰਦੇ, ਕਬੀਰ ਮੈਂ ਜਾਣਿਓ ਪੜ੍ਹਬੋ ਭਲੋ। ਪਹਿਲਾਂ ਕਹਿੰਦੇ ਕਿਉਂਕਿ ਕਾਸ਼ੀ 'ਚ ਬਹੁਤ ਲੋਕ ਪੜ੍ਹ ਰਹੇ ਸਨ, ਵੱਡੇ ਵੱਡੇ ਉੱਚ ਕੋਟੀ ਦੇ ਵਿਦਵਾਨ ਲੋਕ ਇੱਥੇ ਰਹਿੰਦੇ ਸਨ। ਕਹਿੰਦੇ ਪੜ੍ਹਿਆ ਹੋਇਆਂ ਨੂੰ ਵੇਖ ਕੇ ਅਸੀਂ ਸੋਚਿਆ ਕਿ ਪੜ੍ਹਨਾ ਬਹੁਤ ਉੱਤਮ ਕਰਮ ਹੈ ਤੇ ਕੇਵਲ ਪੜ੍ਹਨਾ ਹੀ ਚਾਹੀਦਾ ਹੈ, ਤੇ ਪੜ੍ਹਨ ਵਾਲੇ ਪਾਸੇ ਅਸੀਂ ਲੱਗ ਗਏ। ਪਰ ਫਿਰ ਕਹਿੰਦੇ ਜਦੋਂ ਨੇੜੇ ਹੋ ਕੇ ਵੇਖਿਆ, ਪੜ੍ਹਿਆ ਹੋਇਆਂ ਦੇ ਅੰਦਰ ਨੂੰ ਵੇਖਿਆ, ਪੜ੍ਹਿਆ ਹੋਇਆਂ ਦੇ ਜੀਵਨ ਦੇ ਕਰਮਾਂ ਨੂੰ ਵੇਖਿਆ, ਪੜ੍ਹਾਈ ਤਾਂ ਬੜੀ ਸੀ ਪਰ ਰੱਬ ਵਾਲੇ ਪਾਸੇ ਤੋਂ ਟੁੱਟੇ ਪਏ ਸਨ। ਗਿਆਨ ਬੜਾ ਸੀ ਪਰ ਰੱਬੀ ਧਿਆਨ ਕੋਈ ਨਹੀਂ ਸੀ, ਧਿਆਨ ਤੋਂ ਸੱਖਣੇ ਸਨ। ਤੇ ਜਿੰਨੀ ਦੇਰ ਤੱਕ ਰੱਬੀ ਧਿਆਨ ਨਹੀਂ, ਪਰਮਾਤਮਾ ਦੀ ਭੈ ਭਾਵਨੀ ਤੋਂ ਬਿਨਾ ਬੰਦਾ ਪੜ੍ਹਾਈ ਪੜ੍ਹ ਕੇ ਵੀ ਬਰਬਾਦੀ ਵਾਲੇ ਪਾਸੇ ਹੀ ਜਾਂਦਾ ਹੈ, ਆਬਾਦੀ ਵਾਲੇ ਪਾਸੇ, ਵਸਾਉਣ ਵਾਲੇ ਪਾਸੇ ਨਹੀਂ। ਜਿਸ ਕਰਕੇ ਕਬੀਰ ਸਾਹਿਬ ਕਹਿੰਦੇ ਪੜ੍ਹਬੇ ਸਿਉ ਭਲ ਜੋਗ, ਪੜ੍ਹਾਈ ਤੋਂ ਉੱਤੇ ਹੈ ਰੱਬ ਦੇ ਨਾਲ ਜੁੜਨਾ, ਪਰਮਾਤਮਾ ਦੇ ਨਾਲ ਜੁੜਨਾ। ਬੰਦਾ ਪੜ੍ਹੇ ਵੀ ਪਰ ਨਾਲ ਦੀ ਨਾਲ ਮਾਲਕ ਦੇ ਨਾਲ, ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ, ਸੱਚ ਦੇ ਨਾਲ ਜੁੜੇ। ਹੁਣ ਕਬੀਰ ਸਾਹਿਬ ਕਹਿੰਦੇ ਅਸੀਂ ਦੋਵਾਂ ਚੀਜ਼ਾਂ ਦਾ ਅੰਦਾਜ਼ਾ ਲਾਇਆ ਕਿ ਰੱਬ ਨਾਲ ਜੁੜਨਾ ਉੱਤਮ ਹੈ ਕਿ ਕੇਵਲ ਪੜ੍ਹਨਾ ਹੀ ਉੱਤਮ ਹੈ। ਪਤਾ ਲੱਗ ਗਿਆ ਕਿ ਗੱਲ ਕੇਵਲ ਪੜ੍ਹਿਆ ਨਹੀਂ ਬਣਨੀ, ਗੱਲ ਬਣਨੀ ਹੈ ਪਰਮਾਤਮਾ ਦੇ ਨਾਲ ਜੁੜਿਆ, ਉਹਦੀ ਭਗਤੀ ਦੇ ਨਾਲ ਜੁੜਿਆ, ਉਹਦੇ ਨਾਮ ਦੇ ਨਾਲ ਜੁੜਿਆ। ਫਿਰ ਉਹ ਕਹਿੰਦੇ ਅਸੀਂ ਭਗਤੀ ਦੇ ਮਾਰਗ 'ਤੇ ਤੁਰ ਪਏ। ਪੜ੍ਹਾਈ ਆਪਣੀ ਥਾਂ 'ਤੇ ਚੱਲਦੀ ਰਹੀ, ਪਰ ਨਾਲ ਦੀ ਨਾਲ ਪਰਮਾਤਮਾ ਦੀ ਭਗਤੀ ਵੀ। ਤੇ ਹੁਣ ਕਹਿੰਦੇ ਜਦੋਂ ਅਸੀਂ ਭਗਤੀ ਦੇ ਮਾਰਗ 'ਤੇ ਤੁਰੇ ਤੇ ਕਈਆਂ ਨੇ ਫਿਰ ਨਿੰਦਣਾ ਵੀ ਸ਼ੁਰੂ ਕਰ ਦਿੱਤਾ, ਮਾੜਾ ਵੀ ਕਹਿਣਾ ਸ਼ੁਰੂ ਕਰ ਦਿੱਤਾ। ਕਈ ਤਰ੍ਹਾਂ ਦੇ ਉੱਚੇ ਨੀਵੇਂ ਬੋਲ ਕਬੀਰ ਸਾਹਿਬ ਬਾਰੇ ਬੋਲੇ ਗਏ, ਪਰ ਕਬੀਰ ਸਾਹਿਬ ਕਹਿੰਦੇ ਹੁਣ ਪਰਮਾਤਮਾ ਦੀ ਭਗਤੀ ਨਹੀਂ ਛੱਡਣੀ, ਕਹਿਣ ਵਾਲੇ ਜੋ ਮਰਜ਼ੀ ਕਹਿਣ। ਭਗਤ ਨਾ ਛਾਡੂ ਰਾਮ ਕੀ, ਭਾਵੇਂ ਨਿੰਦੋ ਲੋਗ। ਕਹਿੰਦੇ ਇਹ ਦੁਨੀਆ ਦੇ ਲੋਗੋ, ਬੇਸ਼ੱਕ ਜਿੰਨਾ ਮਰਜ਼ੀ ਤੁਸੀਂ ਕਬੀਰ ਨੂੰ ਨਿੰਦੋ, ਕਬੀਰ ਦੇ ਨਾਲ ਵਾਦ ਵਿਵਾਦ ਕਰੋ, ਕਬੀਰ ਨੂੰ ਮਾੜਾ ਕਹੋ, ਪਰ ਹੁਣ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਛੱਡਣੀ, ਕਿਉਂਕਿ ਪਤਾ ਲੱਗ ਗਿਆ ਪਰਮਾਤਮਾ ਦੀ ਭਗਤੀ ਦੀ ਵਡਿਆਈ ਦਾ, ਪਰਮਾਤਮਾ ਦੀ ਭਗਤੀ ਦੀ ਬਰਕਤ ਦਾ ਪਤਾ ਲੱਗ ਗਿਆ। ਹੁਣ ਨਿੰਦਣ ਵਾਲੇ ਕਬੀਰ ਨੂੰ ਬੜਾ ਨਿੰਦਦੇ ਹਨ, ਪਰ ਕਬੀਰ ਸਾਹਿਬ ਪਰਮਾਤਮਾ ਦੀ ਬੰਦਗੀ, ਇਬਾਦਤ, ਭਗਤੀ ਦੇ ਰਸਤੇ 'ਤੇ ਚੱਲਦੇ ਰਹੇ। ਤੇ ਜਦੋਂ ਲਗਾਤਾਰ ਚੱਲੇ ਹਨ, ਵੇਖੋ ਕੋਈ ਵੀ ਮਾਰਗ ਹੈ ਤੇ ਮੰਜ਼ਿਲ ਹੈ, ਲਗਾਤਾਰ ਯਤਨ ਕੀਤਿਆਂ, ਉਦਮ ਕੀਤਿਆਂ, ਮਿਹਨਤ ਕੀਤਿਆਂ ਹੀ ਬੰਦਾ ਸਫਲਤਾ ਦੀ ਮੰਜ਼ਿਲ 'ਤੇ ਪਹੁੰਚ ਪਾਉਂਦਾ ਹੈ। ਜੇ ਲਗਾਤਾਰ ਮਨੁੱਖ ਯਤਨ ਨਹੀਂ ਕਰਦਾ, ਮੰਜ਼ਿਲ ਤੱਕ ਵੀ ਨਹੀਂ ਪਹੁੰਚ ਪਾਉਂਦਾ ਹੈ। ਭਗਤੀ ਦੇ ਮਾਰਗ 'ਤੇ, ਧਰਮ ਦੇ ਮਾਰਗ 'ਤੇ ਵੀ ਲਗਾਤਾਰ ਯਤਨ, ਉਦਮ ਔਰ ਮਿਹਨਤ ਤੇ ਹਿੰਮਤ ਦੀ ਜ਼ਰੂਰਤ ਪੈਂਦੀ ਹੈ, ਫਿਰ ਜਾ ਕੇ ਜੀਵ ਸਫਲਤਾ ਦੇ ਮੰਜ਼ਿਲ 'ਤੇ ਪਹੁੰਚਦਾ। ਜੇ ਭਾਈ ਲਹਿਣਾ ਗੁਰੂ ਅੰਗਦ ਬਣੇ ਨੇ ਤੇ ਲਗਾਤਾਰ ਉਦਮੀ ਬਣ ਕੇ ਗੁਰੂ ਕੇ ਦਰਬਾਰ ਦੀ ਸੇਵਾ ਕੀਤੀ ਆ, ਹੁਕਮ ਮੰਨਿਆ, ਤਾਂ ਜਾ ਕੇ ਖੇਡ ਸਫਲ ਹੋਈ ਹੈ। ਅਮਰਦਾਸ ਸਾਹਿਬ ਜਾਂ ਭਾਈ ਜੇਠਾ ਜੀ ਲਗਾਤਾਰ ਗੁਰੂ ਕੇ ਦਰਬਾਰ ਦੀ ਉਦਮੀ ਹੋ ਕੇ ਸੇਵਾ ਕਰਦੇ ਰਹੇ ਹਨ। ਤੇ ਇੱਕ ਦਿਨ ਐਸਾ ਆਇਆ ਜਦੋਂ ਸਫਲਤਾ ਪ੍ਰਾਪਤ ਹੋਈ, ਗੁਰੂ ਕੀਆਂ ਖੁਸ਼ੀਆਂ, ਗੁਰੂ ਕੀ ਅਭੇਦਤਾ ਪ੍ਰਾਪਤ ਹੋ ਗਈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ, ਉਹਨਾਂ ਦੇ ਗੁਰੂ ਰਾਮਾਨੰਦ
ਜਿਨ੍ਹਾਂ ਨੇ ਰਾਮ ਜਪਣ ਦਾ ਉਪਦੇਸ਼ ਦਿੱਤਾ। ਕਬੀਰ ਸਾਹਿਬ ਨੇ ਪਰਮਾਤਮਾ ਨੂੰ ਜਪਿਆ, ਨਿਰੰਕਾਰ ਨੂੰ ਧਿਆਇਆ ਲਗਾਤਾਰ, ਦਿਨ ਰਾਤੀ ਆਰਾਧੀ ਪਿਆਰੇ, ਨਿਮਖ ਨਾ ਕੀਜੈ ਟੀਲਾ। ਔਰ ਇਸ ਮਾਰਗ 'ਤੇ ਚੱਲਦੇ ਹੋਏ ਫਿਰ ਇੱਕ ਦਿਨ ਕਬੀਰ ਸਾਹਿਬ ਉਸ ਮੰਜ਼ਿਲ 'ਤੇ ਪਹੁੰਚਦੇ ਹਨ, ਜਿਹੜੀ ਮੰਜ਼ਿਲ ਬਾਰੇ ਉਹ ਆਪ ਆਪਣੇ ਪਾਵਨ ਬੋਲਾਂ ਰਾਹੀਂ ਬਿਆਨ ਕਰਦੇ ਕਿ ਅਬ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਇਓ ਹੈ, ਕੋਏ ਨਾ ਸਕੈ ਪਛਾਣੀ। ਹੁਣ ਰਾਮ ਕਬੀਰ 'ਚ, ਕਬੀਰ ਰਾਮ 'ਚ ਅਭੇਦ ਹੋ ਗਏ। ਅੰਦਰੋਂ ਬਾਹਰੋਂ ਕਬੀਰ ਸਾਹਿਬ ਪਰਮਾਤਮਾ 'ਚ ਜੁੜ ਗਏ, ਤੇ ਜਦੋਂ ਜੁੜੇ ਉਦੋਂ ਦੀ ਅਵਸਥਾ ਉਹਨਾਂ ਨੇ ਵਰਣਨ ਕੀਤੀ। ਇੱਕ ਜਗ੍ਹਾ ਕਬੀਰ ਸਾਹਿਬ ਕਹਿੰਦੇ ਹੁਣ ਅਸੀਂ ਮਾਲਕ 'ਚ ਅਭੇਦ ਹੋ ਚੁੱਕੇ ਹਾਂ, ਹੁਣ ਅੰਦਰ ਤੇ ਬਾਹਰ ਹਰ ਜਗ੍ਹਾ 'ਤੇ ਮਾਲਕ ਦਿਸ ਰਿਹਾ ਹੈ। ਹੁਣ ਇਹ ਨਹੀਂ ਪਤਾ ਲੱਗਦਾ ਕਿ ਅਸੀਂ ਰੱਬ 'ਚ ਵਸ ਰਹੇ ਹਾਂ ਕਿ ਰੱਬ ਸਾਡੇ 'ਚ ਵਸ ਰਿਹਾ ਹੈ। ਸੁਣ ਸਖੀ ਪੀ ਮੈਂ ਜੀਓ ਬਸੈ, ਜੀ ਮੈਂ ਬਸੈ ਕੇ ਪੀਓ, ਜੀਓ ਪੀਓ ਬੂਝਿਓ ਨਹੀਂ, ਘਟ ਮੈਂ ਜੀਓ ਕੇ ਪੀਓ। ਕਹਿੰਦੇ ਹੈ ਸਖੀ ਹੁਣ ਨਹੀਂ ਪਤਾ ਲੱਗ ਰਿਹਾ ਕਿ ਰੱਬ ਸਾਡੇ 'ਚ ਹੈ ਕਿ ਅਸੀਂ ਰੱਬ 'ਚ ਹਾਂ, ਕਿਉਂਕਿ ਅੰਦਰ ਵੀ ਉਹੀ ਹੈ ਤੇ ਬਾਹਰ ਘਟ ਘਟ ਅੰਦਰ ਵੀ ਉਹੀ ਵਸਿਆ ਹੋਇਆ ਹੈ। ਇਹ ਹੈ ਫਿਰ ਕਬੀਰ ਸਾਹਿਬ ਜਦੋਂ ਭਗਤੀ ਦੇ ਮਾਰਗ 'ਤੇ ਚੱਲੇ ਤੇ ਫਿਰ ਉਹਨਾਂ ਨੇ ਮੰਜ਼ਿਲ ਪ੍ਰਾਪਤ ਕੀਤੀ। ਤੇ ਜਦੋਂ ਇਸ ਰਾਹ 'ਤੇ ਚੱਲੇ ਹਨ, ਰੁਕਾਵਟਾਂ ਬੜੀਆਂ ਆਈਆਂ, ਨਿੰਦਿਆ ਕਰਨ ਵਾਲਿਆਂ ਨੇ ਨਿੰਦਿਆ ਬੜੀ ਕੀਤੀ, ਪਰ ਕਬੀਰ ਸਾਹਿਬ ਨੇ ਨਿੰਦਕਾਂ ਦੇ ਬੋਲਾਂ ਦੀ ਪਰਵਾਹ ਨਾ ਕੀਤੀ, ਉਹ ਭਗਤੀ ਦੇ ਮਾਰਗ 'ਤੇ ਚੱਲਦੇ ਰਹੇ। ਇਸੇ ਵਿਚਾਰ ਨੂੰ ਅੱਗੇ ਫਿਰ ਕਬੀਰ ਸਾਹਿਬ ਅਗਲੇ ਸ਼ਲੋਕ 'ਚ ਵਰਣਨ ਕਰਦੇ। ਇਸ ਸ਼ਲੋਕ ਦੀ ਅਖੀਰਲੀ ਪੰਕਤੀ ਹੈ, ਭਗਤ ਨਾ ਛਾਡੂ ਰਾਮ ਕੀ, ਭਾਵੇਂ ਨਿੰਦੋ ਲੋਗ। ਕਹਿੰਦੇ ਲੋਕ ਜਿੰਨਾ ਮਰਜ਼ੀ ਨਿੰਦਣ, ਪਰ ਅਸੀਂ ਪਰਮਾਤਮਾ ਦੀ ਭਗਤੀ ਨਹੀਂ ਛੱਡਣੀ। ਕਬੀਰ ਲੋਗ ਕੇ ਜਾਣੈ ਬਾਪੁੜਾ, ਜੇ ਮਨ ਨਾਹੀ ਗਿਆਨ। ਹੁਣ ਜਿਹੜੇ ਲੋਕ ਕਬੀਰ ਸਾਹਿਬ ਨੂੰ ਨਿੰਦਦੇ ਹਨ, ਆਮ ਤੌਰ 'ਤੇ ਵੇਖੋ ਕੀ ਹੁੰਦਾ ਹੈ, ਸਾਨੂੰ ਕੋਈ ਮਾੜਾ ਕਵੇ ਤੇ ਅਸੀਂ ਉਹਦੇ ਨਾਲ ਝਗੜਦੇ ਹਾਂ, ਬੁਰਾ ਕਵੇ ਉਹਦੇ ਨਾਲ ਝਗੜਦੇ ਹਾਂ। ਪਰ ਕਬੀਰ ਸਾਹਿਬ ਨੂੰ ਕੋਈ ਮਾੜਾ ਕਹਿੰਦਾ ਹੈ, ਕਬੀਰ ਸਾਹਿਬ ਝਗੜਦੇ ਨਹੀਂ ਹਨ, ਬਲਕਿ ਭਗਤ ਕਬੀਰ ਜੀ ਨੂੰ ਉਹਦੇ 'ਤੇ ਤਰਸ ਆਉਂਦਾ ਹੈ। ਕਬੀਰ ਸਾਹਿਬ ਨੂੰ ਉਹਦੇ 'ਤੇ ਤਰਸ ਆਉਂਦਾ ਹੈ ਜਿਹੜਾ ਕਬੀਰ ਸਾਹਿਬ ਨੂੰ ਨਿੰਦਦਾ ਹੈ, ਮਾੜਾ ਕਹਿੰਦਾ, ਉਹਨਾਂ ਬਾਰੇ ਗਲਤ ਬੋਲਦਾ ਹੈ। ਕਬੀਰ ਸਾਹਿਬ ਕਹਿੰਦੇ ਇਹ ਲੋਕ ਵਿਚਾਰੇ ਕੀ ਕਰਨ, ਨਿੰਦਣ ਨਾ ਤੇ ਹੋਰ ਕੀ ਕਰਨ, ਕਿਉਂਕਿ ਜਿਹ ਮਨ ਨਾ ਹੀ ਗਿਆਨ, ਉਹਨਾਂ ਦੇ ਮਨ ਅੰਦਰ ਭਗਤੀ ਦਾ ਗਿਆਨ ਹੀ ਨਹੀਂ ਹੈ। ਜਿਨ ਇਹ ਚਾਖੀ ਸੋਈ ਜਾਣੈ, ਗੂੰਗਾ ਕੀ ਮਠਿਆਈ। ਕਬੀਰ ਸਾਹਿਬ ਕਹਿੰਦੇ ਭਗਤੀ ਦਾ ਆਪਣਾ ਇੱਕ ਰਸ ਹੈ, ਆਪਣਾ ਇੱਕ ਆਨੰਦ ਹੈ, ਭਗਤ ਦੀ ਆਪਣੀ ਇੱਕ ਅਵਸਥਾ ਹੈ, ਜਿਹਨੂੰ ਗੁਰੂ ਅਮਰਦਾਸ ਸਾਹਿਬ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਵੀ ਕਹਿੰਦੇ ਹਨ। ਹੁਣ ਉਹ ਜਿਹੜਾ ਭਗਤੀ ਦਾ ਮਾਰਗ ਹੈ ਸਾਡੇ ਸੰਸਾਰੀ ਜੀਵਨ ਤੋਂ ਬਿਲਕੁਲ ਵੱਖਰਾ ਹੈ। ਸਾਡਾ ਜਿਉਣ ਦਾ, ਵੇਖਣ ਦਾ, ਬੋਲਣ ਦਾ, ਖਾਣ ਪੀਣ ਦਾ ਆਪਣਾ ਤਰੀਕਾ ਹੈ। ਭਗਤ ਦੀ ਆਪਣੀ ਇੱਕ ਜੀਵਨ ਜੁਗਤ ਹੈ, ਆਪਣੀ ਜੀਵਨ ਜੁਗਤ ਹੈ, ਆਪਣਾ ਖਾਣ ਦਾ, ਬੋਲਣ ਦਾ, ਪਹਿਨਣ ਦਾ, ਵਿਚਰਨ ਦਾ ਤਰੀਕਾ ਹੈ, ਤੇ ਤਰੀਕਾ ਉਹ ਸੰਸਾਰੀਆਂ ਤੋਂ ਬਿਲਕੁਲ ਵੱਖਰਾ ਹੈ। ਮਹਾਰਾਜ ਕਹਿੰਦੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਭਗਤ ਤੇ ਸੰਸਾਰੀ ਦੇ ਜੀਵਨ ਦਾ ਤਾਲਮੇਲ ਨਹੀਂ ਬਹਿੰਦਾ। ਕਾਰਨ ਕੀ ਹੈ? ਭਗਤ ਦੀ ਜੀਵਨ ਜੁਗਤ ਵੱਖਰੀ ਹੈ, ਸੰਸਾਰੀ ਦੀ ਜੀਵਨ ਜੁਗਤ ਵੱਖਰੀ ਹੈ। ਤੇ ਹੁਣ ਭਗਤ ਦਾ ਜਿਉਣਾ ਬਹੁਤ ਉੱਚਾ ਜਿਉਣਾ ਹੈ, ਸੰਸਾਰੀ ਮਨੁੱਖ ਦਾ ਜਿਉਣਾ ਬੜਾ ਨੀਵਾਂ ਜਿਉਣਾ ਹੈ। ਸੰਸਾਰੀ ਮਨੁੱਖ ਜਿਉਂਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਵਿਸ਼ਿਆਂ, ਵਿਕਾਰਾਂ, ਈਰਖਾ, ਦਵੈਸ਼ ਦੇ ਵਿੱਚ। ਭਗਤ ਜਿਉਂਦਾ ਹੈ ਸਤ, ਸੰਤੋਖ, ਸਬਰ ਅੰਦਰ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਗਤ ਕਿਹੜੀ ਅਵਸਥਾ 'ਚ ਜਿਉਂਦਾ ਹੈ? ਕਰਮ ਖੰਡ ਕੀ ਬਾਣੀ ਜ਼ੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕੇ ਰੂਪ ਨਾ ਕਥਨੇ ਜਾਹੇ, ਤਿੱਥੈ ਭਗਤ ਵਸੈ ਕੇ ਲੋ ਕਰੈ ਆਨੰਦ, ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ।
ਭਗਤ ਤੇ ਕਰਮਖੰਡੀ ਅਵਸਥਾ ਤੋਂ ਅੱਗੇ ਸੱਚਖੰਡੀ ਅਵਸਥਾ ਦੇ ਬਿਲਕੁਲ ਕਰੀਬ ਵਿਚਰਦੇ ਹਨ। ਤੇ ਆਮ ਸੰਸਾਰੀ ਮਨੁੱਖ ਜਿਹੜਾ ਆਤਮਕ ਅਧਿਆਤਮਕ ਮਾਰਗ ਦੀ ਪਹਿਲੀ ਪੌੜੀ ਵੀ ਨਹੀਂ ਚੜ੍ਹਿਆ ਹੁੰਦਾ, ਉਹ ਸਿਖਰ ਤੇ ਪਹੁੰਚੇ ਹੋਏ ਭਗਤ ਬਾਰੇ ਕਿੱਥੋਂ ਜਾਣ ਲਵੇਗਾ? ਕਿੱਥੋਂ ਜਾਣ ਲਵੇਗਾ ਉਹ ਭਗਤ ਦੀ ਅਵਸਥਾ? ਹੁਣ ਭਗਤ ਦੀ ਅਵਸਥਾ ਨੂੰ ਸੰਸਾਰੀ ਮਨੁੱਖ ਜਾਣ ਨਹੀਂ ਪਾਉਂਦਾ, ਸਮਝ ਨਹੀਂ ਪਾਉਂਦਾ। ਇਸੇ ਕਰਕੇ ਆਪਾਂ ਕੁੱਲ ਭਗਤਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਈਏ, ਭਗਤਾਂ ਨੂੰ ਆਮ ਲੋਕ ਨਿੰਦਦੇ ਹੀ ਰਹੇ ਹਨ, ਮਾੜਾ ਹੀ ਕਹਿੰਦੇ ਰਹੇ ਹਨ। ਪ੍ਰਹਿਲਾਦ ਦੀ ਉੱਚੀ ਅਵਸਥਾ ਨੂੰ ਉਹਦਾ ਪਿਤਾ ਤੇ ਹੋਰ ਲੋਕ ਨਹੀਂ ਸਮਝ ਸਕੇ, ਜਿਸ ਕਰਕੇ ਪ੍ਰਹਿਲਾਦ ਨੂੰ ਬਹੁਤ ਕੁਝ ਆਪਣੇ ਪਿੰਡੇ ਤੇ ਸਹਿਣਾ ਪਿਆ। ਕਬੀਰ ਸਾਹਿਬ, ਨਾਮਦੇਵ ਸਾਹਿਬ, ਰਵਿਦਾਸ ਸਾਹਿਬ ਭਗਤ, ਜਿੰਨੇ ਭਗਤ ਹਨ, ਇਹਨਾਂ ਦਾ ਜੀਵਨ ਜਦੋਂ ਆਪਾਂ ਪੜ੍ਹਦੇ ਹਾਂ, ਆਮ ਲੋਕ ਜਾਂ ਸਮੇਂ ਦੇ ਜਿਹੜੇ ਹਕੂਮਤੀ ਲੋਕ ਸਨ, ਉਹਨਾਂ ਨੇ ਵੀ ਭਗਤਾਂ ਦੇ ਉੱਤੇ ਕਈ ਪ੍ਰਕਾਰ ਦੇ ਜ਼ੁਲਮ ਢਾਏ ਹਨ। ਕਾਰਨ ਕੀ ਸੀ? ਉਹ ਭਗਤਾਂ ਦੀ ਅਵਸਥਾ ਨੂੰ ਨਹੀਂ ਸਮਝ ਸਕੇ ਤੇ ਭਗਤ ਦੇ ਉੱਪਰ ਜ਼ੁਲਮ ਕੀਤਾ ਗਿਆ, ਭਗਤ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਤਸ਼ੱਦਦ ਢਾਏ ਗਏ, ਨਿੰਦਿਆ ਗਿਆ, ਮਾੜਾ ਕਿਹਾ ਗਿਆ। ਕਬੀਰ ਸਾਹਿਬ ਕਹਿੰਦੇ ਹੁਣ ਇਹ ਲੋਕ ਸਾਨੂੰ ਨਿੰਦਦੇ ਹਨ, ਪਰ ਅਸਲ 'ਚ ਕਬੀਰ ਸਾਹਿਬ ਕਹਿੰਦੇ ਕਸੂਰ ਇਹਨਾਂ ਦਾ ਕੋਈ ਨਹੀਂ ਹੈ, ਕਿਉਂਕਿ ਇਹਨਾਂ ਕੋਲ ਗਿਆਨ ਦੀ ਘਾਟ ਹੈ, ਭਗਤ ਦੀ ਅਵਸਥਾ ਨੂੰ ਸਮਝਣ ਵਾਲੀ ਬੁੱਧ ਦੀ ਘਾਟ ਹੈ, ਸਿਆਣਪ ਦੀ ਘਾਟ ਹੈ, ਜਿਸ ਕਰਕੇ ਇਹ ਲੋਕ ਭਗਤ ਬਾਰੇ, ਸਾਡੇ ਬਾਰੇ ਮਾੜੇ ਬੋਲ ਬੋਲਦੇ ਹਨ। ਉਹ ਕਹਿੰਦੇ ਕਬੀਰ ਲੋਗ ਕੇ ਨਿੰਦੈ ਬਾਪੜਾ, ਜੇ ਮਨ ਨਾਹੀ ਗਿਆਨ, ਰਾਮ ਕਬੀਰਾ ਰਵ ਰਹੇ, ਅਵਰ ਤਜੇ ਸਭ ਖਾਮ। ਕਹਿੰਦੇ ਨਿੰਦਣ ਵਾਲੇ ਬੇਸ਼ੱਕ ਨਿੰਦਦੇ ਰਹਿਣ, ਪਰ ਕਬੀਰ ਪਰਮਾਤਮਾ ਨੂੰ ਧਿਆਉਂਦਾ ਰਹੇਗਾ, ਹੋਰ ਸਾਰੇ ਕੰਮ ਛੱਡ ਕੇ ਤੇ ਅਸੀਂ ਕੇਵਲ ਪਰਮਾਤਮਾ ਨੂੰ, ਨਿਰੰਕਾਰ ਨੂੰ ਧਿਆਉਂਦੇ ਹਾਂ। ਅਵਰ ਤਜੇ ਸਭ ਕਾਮ, ਅਵਰ ਤਜੇ ਸਭ ਕਾਮ ਦਾ ਭਾਵ ਕਿ ਜਿਹੜੇ ਮਾਇਆਵੀ ਧੰਦਿਆਂ ਦੇ ਵਿੱਚ ਤੇ ਧੰਦਿਆਂ ਦੀਆਂ ਬੇਈਮਾਨੀਆਂ ਦੇ ਵਿੱਚ ਸੰਸਾਰੀ ਲੋਕ ਅਟਕੇ ਨੇ, ਭਗਤ ਉਹਨਾਂ ਦੇ ਵਿੱਚ ਨਹੀਂ ਅਟਕਦਾ ਹੈ, ਕਿਉਂਕਿ ਭਗਤਾਂ ਕੀ ਚਾਲ ਨਿਰਾਲੀ ਹੈ। ਭਗਤਾਂ ਦੇ ਜੀਵਨ ਦੀ ਜੁਗਤ ਵੱਖਰੀ, ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਜਿਹੜਾ ਮਨੁੱਖ ਲੱਭ ਲੋਭ ਹੰਕਾਰ 'ਚ ਜਿਉਂਦਾ ਪਿਆ ਹੈ, ਕਰਮ ਤੇ ਕਰਦਾ ਹੈ, ਪਰ ਉਹਦੇ ਕਰਮਾਂ 'ਚ ਈਮਾਨ ਨਹੀਂ ਹੈ। ਜਿਹੜਾ ਸਬਰ ਸੰਤੋਖ ਧਾਰਨ ਕਰਕੇ ਜਿਉਂਦਾ ਹੈ, ਕਰਮ ਉਹ ਵੀ ਕਰਦਾ ਹੈ, ਪਰ ਉਹਦੇ ਕਰਮਾਂ ਦੇ ਵਿੱਚ ਈਮਾਨ ਹੈ। ਇੱਕ ਦੇ ਕਰਮਾਂ ਦੇ ਵਿੱਚ ਖੋਟ ਹੈ, ਇੱਕ ਦੇ ਕਰਮਾਂ ਦੇ ਵਿੱਚ ਕੋਈ ਖੋਟ ਨਹੀਂ ਹੈ। ਭੁੱਲਾਂ ਕਿਸੇ ਵੀ ਹਰ ਮਨੁੱਖ ਦੇ ਕੋਲੋਂ ਹੁੰਦੀਆਂ ਹਨ, ਕਿਉਂਕਿ ਗੁਰੂ ਬਾਣੀ 'ਚ ਕਹਿੰਦੇ ਭੁੱਲਣ ਅੰਦਰ ਸਭ ਕੋ, ਅਭੁੱਲ ਗੁਰੂ ਕਰਤਾਰ। ਜੋ ਨਹੀਂ ਭੁੱਲਦਾ ਹੈ ਉਹ ਕੇਵਲ ਨਿਰੰਕਾਰ ਹੈ। ਬਾਕੀ ਜਿੰਨੇ ਸੰਸਾਰੀ ਜੀਵ ਹਨ, ਵਕਤ ਵਕਤ ਤੇ ਜੀਵਾਂ ਦੇ ਕੋਲੋਂ ਕਰਮ ਕਰਦਿਆਂ ਭੁੱਲਾਂ ਹੁੰਦੀਆਂ ਹਨ, ਪਰ ਇੱਕ ਭੁੱਲ ਹੁੰਦੀ ਹੈ ਜਿਹੜੀ ਬੰਦਾ ਜਾਣ ਬੁੱਝ ਕੇ ਕਰਦਾ। ਪਤਾ ਹੈ ਇਹ ਕੰਮ ਗਲਤ ਹੈ, ਚੋਰ ਚੋਰੀ ਕਰਦਾ ਹੈ, ਪਤਾ ਹੈ ਇਹ ਕੰਮ ਗਲਤ ਹੈ, ਫਿਰ ਵੀ ਕਰ ਰਿਹਾ ਹੈ। ਕੋਈ ਮਨੁੱਖ ਝੂਠ ਬੋਲਦਾ ਹੈ, ਪਤਾ ਹੈ ਇਹ ਕੰਮ ਗਲਤ ਹੈ, ਫਿਰ ਵੀ ਕਰ ਰਿਹਾ। ਬੇਈਮਾਨੀ ਕਰਦਾ, ਪਤਾ ਹੈ ਇਹ ਕੰਮ ਗਲਤ ਹੈ, ਫਿਰ ਵੀ ਕਰ ਰਿਹਾ ਹੈ। ਇਹ ਸੰਸਾਰੀ ਮਨੁੱਖ ਦੀ ਬਿਰਤੀ, ਜਿਹਨੂੰ ਗੁਰੂ ਬਾਣੀ 'ਚ ਕਹਿੰਦੇ ਧੰਦਾ ਕਰਤਿਆਂ ਨਿਹਫਲ ਜਨਮ ਗਵਾਇਆ, ਸੁਖ ਦਾਤਾ ਮਨ ਨਾ ਵਸਾਇਆ। ਉਹ ਧੰਦਾ ਕਰਦਿਆਂ ਹੋਇਆਂ ਜੀਵਨ ਨੂੰ ਤੇ ਨਿਹਫਲ ਗਵਾਉਂਦਾ ਪਿਆ ਹੈ, ਪਰ ਸੁਖ ਦਾਤੇ ਨੂੰ ਮਨ 'ਚ ਨਹੀਂ ਵਸਾਉਂਦਾ ਹੈ। ਤੇ ਜਿਹਦੀ ਕਿਰਤ ਦੇ ਵਿੱਚ ਬੇਈਮਾਨੀ ਹੈ, ਉਹਦੀ ਕਿਰਤ ਨੂੰ ਗੁਰੂ ਧੰਦੇ ਦਾ ਰੂਪ ਦਿੰਦੇ ਹਨ। ਜਿਹਦੀ ਕਿਰਤ ਦੇ ਵਿੱਚ ਈਮਾਨ ਹੈ, ਉਹਦੀ ਕਿਰਤ ਨੂੰ ਵੀ ਗੁਰੂ ਕੀਰਤੀ ਦਾ ਨਾਮ ਦਿੰਦੇ ਹਨ। ਬੜਿਆਂ ਦੀ ਇਤਿਹਾਸ ਸਾਡੇ ਸਾਹਮਣੇ ਹੈ। ਭਾਈ ਬੰਨੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਸੱਚਾ ਸੁੱਚਾ ਸਿੱਖ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਇੱਕ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕਿਸੇ ਆਪਣੀ ਜੁੜੀ ਹੋਈ ਬਿਰਤੀ ਵਾਲੇ ਸਿੱਖ ਦੇ ਦਰਸ਼ਨ ਕਰਵਾਓ। ਤੇ ਮਹਾਰਾਜ ਨੇ ਉਸ ਸਿੱਖ ਨੂੰ ਭਾਈ ਬੰਨੋ ਦੇ ਕੋਲ ਭੇਜਿਆ ਸੀ। ਹੁਣ ਬੰਨੋ ਦੁਕਾਨ ਵੀ ਕਰਦਾ ਹੈ,
ਪਰ ਦੁਕਾਨ ਕਰਦਿਆਂ ਹੋਇਆਂ ਵੀ ਪੂਰਾ ਈਮਾਨ ਰੱਖ ਕੇ ਦੁਕਾਨਦਾਰੀ ਕਰਦਾ ਹੈ, ਨਾ ਕਿਸੇ ਦੇ ਨਾਲ ਇੱਕ ਪੈਸੇ ਦਾ ਹੇਰ ਫੇਰ ਕਰਦਾ ਹੈ, ਨਾ ਬੇਈਮਾਨੀ ਕਰਦਾ ਹੈ। ਤੇ ਜਦੋਂ ਗੱਲ ਧਰਮ ਦੀ ਆਉਂਦੀ ਹੈ ਤੇ ਧਰਮ ਦੀ ਖਾਤਰ ਉਹਨੂੰ ਸਾਰਾ ਕੁਝ ਵੀ ਕੁਰਬਾਨ ਕਰਨਾ ਪਵੇ, ਉਹ ਤਾਂ ਵੀ ਪਰਵਾਹ ਨਹੀਂ ਕਰਦਾ। ਭਾਈ ਬੰਨੋ ਉਹਦੀ ਕਿਰਤ ਵੀ ਕੀਰਤੀ ਬਣ ਗਈ। ਤੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਵਰੂਪ ਲਿਖਵਾਏ ਤੇ ਉੱਥੇ ਭਾਈ ਬੰਨੋ ਦੀ ਸੇਵਾ ਵੀ ਲਈ, ਕਿਉਂਕਿ ਜਿਹੜੇ ਐਨ ਜੁੜੀ ਹੋਈ ਬਿਰਤੀ ਵਾਲੇ ਗੁਰਮੁਖ ਸਿੱਖ ਸਨ ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੇਵਾ ਤੇ ਲਾਇਆ ਸੀ। ਭਾਈ ਗੁਰਦਾਸ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਲਿਖਣ ਦੀ ਸੇਵਾ ਕੀਤੀ ਹੈ। ਤੇ ਭਾਈ ਗੁਰਦਾਸ ਸਾਹਿਬ ਨੂੰ ਜਿਹੜੀਆਂ ਚੀਜ਼ਾਂ ਦੀ ਉਦੋਂ ਜ਼ਰੂਰਤ ਪੈਂਦੀ ਸੀ, ਕਾਗਜ਼ਾਂ ਦੀ ਜ਼ਰੂਰਤ, ਸਿਆਹੀ ਦੀ ਜ਼ਰੂਰਤ, ਕਲਮਾਂ ਦੀ ਜ਼ਰੂਰਤ, ਉਹ ਸਾਰੇ ਦਾ ਸਾਰਾ ਪ੍ਰਬੰਧ ਕਰਦੇ ਸਨ ਭਾਈ ਬੰਨੋ ਜੀ। ਤੇ ਸਭ ਤੋਂ ਪਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਵਰੂਪ ਦੀ ਜਿਲਦ ਆਦਿਕ ਬੰਨਣ ਦੀ ਸੇਵਾ ਵੀ ਭਾਈ ਬੰਨੋ ਨੇ ਕੀਤੀ। ਇਹ ਬਹੁਤ ਉੱਚ ਬਿਰਤੀ ਵਾਲਾ ਗੁਰੂ ਕਾ ਗੁਰਮੁਖ ਸਿੱਖ ਸੀ। ਕਿਰਤ ਕਰਦਿਆਂ ਹੋਇਆਂ ਕੀਰਤੀ ਕਰਦਾ ਸੀ। ਇਹਦੀ ਕਿਰਤ ਹੀ ਕੀਰਤੀ ਬਣ ਗਈ, ਕਿਰਤ ਕੀਰਤੀ ਬਣ ਗਈ। ਹੁਣ ਮਹਾਰਾਜ ਕਹਿੰਦੇ ਕਈਆਂ ਦੀ ਕਿਰਤ ਕੀਰਤੀ ਹੈ, ਕਈਆਂ ਦੀ ਕਿਰਤ ਧੰਦਾ ਹੈ। ਭਗਤ ਕਿਰਤ ਕਰਦੇ ਹਨ। ਭਗਤ ਕਬੀਰ ਜੀ ਨੇ ਕਿਰਤ ਕੀਤੀ, ਭਗਤ ਰਵਿਦਾਸ ਸਾਹਿਬ ਨੇ ਕਿਰਤ ਕੀਤੀ, ਭਗਤ ਨਾਮਦੇਵ ਸਾਹਿਬ ਨੇ ਕਿਰਤ ਕੀਤੀ, ਪਰ ਉਹ ਕਿਰਤ ਕਰਦਿਆਂ ਹੋਇਆਂ ਵੀ ਰੱਬੀ ਕੀਰਤੀ 'ਚ ਜੁੜੇ ਰਹੇ ਤੇ ਕਿਰਤ ਦੇ ਵਿੱਚ ਹਮੇਸ਼ਾ ਉਹਨਾਂ ਨੇ ਈਮਾਨ ਵਰਤਿਆ ਹੈ, ਹਮੇਸ਼ਾ ਈਮਾਨ ਸਹਿਤ ਕਿਰਤ ਕੀਤੀ ਹੈ। ਦੂਜੇ ਪਾਸੇ ਸੰਸਾਰੀ ਮਨੁੱਖ ਕਿਰਤ ਕਰਦਾ ਹੈ, ਵਿੱਚ ਬੇਈਮਾਨੀ ਰੱਖਦਾ ਹੈ। ਭਗਤ ਰਵਿਦਾਸ ਸਾਹਿਬ ਜੀ ਦੇ ਜੀਵਨ ਦੀ ਇੱਕ ਬੜੀ ਪਿਆਰੀ ਘਟਨਾ ਵੀ ਮਿਲਦੀ ਹੈ। ਜਦੋਂ ਸਾਰੇ ਪਾਸੇ ਰਵਿਦਾਸ ਸਾਹਿਬ ਦੀ ਬਹੁਤ ਵਡਿਆਈ ਮਹਿਮਾ ਫੈਲੀ ਤੇ ਬੜੇ ਅਮੀਰ ਲੋਕ ਵੀ ਭਗਤ ਰਵਿਦਾਸ ਜੀ ਦੇ ਕੋਲ ਜਾਂ ਭਗਤ ਕਬੀਰ ਸਾਹਿਬ ਵਰਗੇ ਮਹਾਂਪੁਰਖਾਂ ਦੇ ਕੋਲ ਆਇਆ ਕਰਦੇ ਸਨ। ਜਿਵੇਂ ਕਬੀਰ ਸਾਹਿਬ ਨੇ ਇੱਕ ਧਨੀ ਨੂੰ ਉਪਦੇਸ਼ ਦਿੰਦਿਆਂ ਇਹ ਬਚਨ ਵੀ ਕਹੇ ਸਨ ਕਿ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ, ਲਿਆ ਹੈ ਮੋਲ। ਪਰਮਾਤਮਾ ਨੂੰ ਪਾਉਣ ਦੇ ਲਈ ਪੈਸਾ ਨਹੀਂ, ਆਪਣਾ ਆਪ ਭੇਟ ਕਰਨਾ ਪੈਂਦਾ। ਭਾਈ ਲਹਿਣੇ ਨੇ ਗੁਰੂ ਨਾਨਕ ਜੀ ਦੀਆਂ ਖੁਸ਼ੀਆਂ ਲੈਣ ਦੇ ਲਈ ਪੈਸੇ ਭੇਟ ਨਹੀਂ ਕੀਤੇ, ਆਪਣਾ ਆਪ ਗੁਰੂ ਨੂੰ ਭੇਟ ਕੀਤਾ ਹੈ। ਭਾਈ ਜੇਠੇ ਨੇ ਆਪਣਾ ਆਪ ਗੁਰੂ ਨੂੰ ਭੇਟ ਕੀਤਾ ਹੈ। ਭਾਈ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ, ਇਹ ਗੁਰੂ ਕਿਆਂ ਪਿਆਰਿਆਂ ਨੇ ਆਪਣਾ ਆਪ ਗੁਰੂ ਨੂੰ ਭੇਟ ਕਰ ਦਿੱਤਾ ਸੀ। ਤੇ ਫਿਰ ਗੁਰੂ ਨੇ ਰਹਿਮਤ ਕਰਕੇ ਉਹਨਾਂ ਨੂੰ ਮਾਣ ਬਖਸ਼ਿਆ, ਸਨਮਾਨ ਬਖਸ਼ਿਆ। ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ, ਲਿਆ ਹੈ ਮੋਲ। ਹੁਣ ਇਹ ਭਗਤ ਕਿੰਨੇ ਸਬਰ ਸੰਤੋਖ 'ਚ ਜਿਉਂਦੇ ਨੇ। ਭਗਤ ਰਵਿਦਾਸ ਸਾਹਿਬ ਜੀ ਦੇ ਕੋਲ ਆਇਆ ਇੱਕ ਅਮੀਰ। ਉਹਨੇ ਰਵਿਦਾਸ ਸਾਹਿਬ ਦੀ ਗਰੀਬੀ ਨੂੰ ਵੇਖਿਆ ਤੇ ਉਹਦੇ ਕੋਲ ਕੋਈ ਪਾਰਸ ਦੀ ਵੱਟੀ, ਕੋਈ ਇੱਦਾਂ ਦਾ ਪਦਾਰਥ ਸੀ ਜਿਹੜਾ ਲੋਹੇ ਆਦਿਕ ਧਾਤ ਨੂੰ ਸਪਰਸ਼ ਕਰਨ ਦੇ ਨਾਲ ਉਹ ਸੋਨਾ ਕੰਚਨ ਬਣ ਜਾਂਦਾ ਸੀ। ਤੇ ਉਹ ਰਵਿਦਾਸ ਜੀ ਨੂੰ ਭੇਟ ਕੀਤਾ। ਰਵਿਦਾਸ ਸਾਹਿਬ ਕਹਿਣ ਲੱਗੇ ਸਾਨੂੰ ਇਹਦੀ ਕੋਈ ਜ਼ਰੂਰਤ ਨਹੀਂ ਹੈ, ਨਾ ਸਾਨੂੰ ਅਮੀਰੀ ਚਾਹੀਦੀ, ਨਾ ਸਾਨੂੰ ਸੋਨਾ ਚਾਂਦੀ ਪਦਾਰਥ ਚਾਹੀਦਾ। ਅਸੀਂ ਤੇ ਪਰਮਾਤਮਾ ਦੀ ਭਗਤੀ ਦੇ ਵਿੱਚ ਆਨੰਦ 'ਚ ਹਾਂ, ਭਾਵੇਂ ਬਾਹਰ ਅਮੀਰੀ ਜਾਂ ਗਰੀਬੀ ਹੈ, ਕੋਈ ਫਰਕ ਨਹੀਂ ਹੈ। ਉਹ ਫਿਰ ਵੀ ਭੇਟ ਕਰ ਗਿਆ, ਜੀ ਰੱਖ ਲਵੋ, ਇਹਨੂੰ ਵਰਤ ਕੇ ਤੁਸੀਂ ਆਪਣੀ ਟੁੱਟੀ ਝੁੱਗੀ ਦੀ ਜਗ੍ਹਾ ਤੇ ਕੋਈ ਚੱਜ ਦਾ ਚੰਗਾ ਸੋਹਣਾ ਮਕਾਨ ਬਣਾ ਲਿਓ। ਹਰ ਵਕਤ ਪੁਰਾਣੇ ਕੱਪੜੇ ਪਹਿਨ ਕੇ ਰੱਖਦੇ ਹੋ, ਨਵਿਆਂ ਕੱਪੜਿਆਂ ਦਾ ਪ੍ਰਬੰਧ ਕਰ ਲਿਓ। ਇੰਨੀ ਰੱਬ ਦੀ ਭਗਤੀ 'ਚ ਜੁੜੇ ਹੋਏ ਹੋ ਤੇ ਦੂਜਿਆਂ ਦੀਆਂ ਟੁੱਟੀਆਂ ਜੁੱਤੀਆਂ ਗੰਢ ਗੰਢ ਕੇ ਗੁਜ਼ਾਰਾ ਕਰਨਾ ਪੈਂਦਾ ਹੈ। ਇਹਦੇ ਨਾਲ ਬੜਾ ਪੈਸਾ ਤੁਹਾਡੇ ਕੋਲ ਆ ਸਕਦਾ ਜੀ। ਪਹਿਲਾਂ ਤੇ ਰਵਿਦਾਸ ਜੀ ਨੇ ਲੈਣ ਤੋਂ ਇਨਕਾਰ ਕੀਤਾ, ਉਹ ਫਿਰ ਵੀ ਇੱਕ ਪਾਸੇ ਰੱਖ ਗਿਆ, ਚਲਾ ਗਿਆ। ਕੁਝ ਸਮੇਂ ਬਾਅਦ ਉਹ ਫੇਰ ਆਇਆ। ਮਨ 'ਚ ਕਲਪਨਾ ਕਰਦਾ ਹੋਇਆ ਆਉਂਦਾ ਹੈ ਕਿ ਰਵਿਦਾਸ ਸਾਹਿਬ ਤੇ ਹੁਣ ਬੜੇ ਅਮੀਰ ਹੋਣਗੇ, ਧਨੀ ਹੋਣਗੇ, ਕਿਸੇ ਚੀਜ਼ ਦਾ ਘਾਟਾ ਨਹੀਂ ਹੋਏਗਾ। ਪਰ ਜਦੋਂ ਆ ਕੇ ਵੇਖਿਆ ਤੇ ਭਗਤ ਰਵਿਦਾਸ ਉਸੇ ਗਰੀਬੀ 'ਚ ਜੀਵਨ ਬਤੀਤ ਕਰ ਰਹੇ ਨੇ, ਉਸੇ ਗਰੀਬੀ 'ਚ ਜੀਵਨ।
ਆਇਆ, ਕਹਿਣ ਲੱਗਾ ਅਜੇ ਵੀ ਗਰੀਬੀ ਦੀਆਂ ਠੋਕਰਾਂ ਖਾਂਦੇ ਪਏ ਜੇ। ਇੰਨਾ ਕੀਮਤੀ ਪਦਾਰਥ ਤੁਹਾਨੂੰ ਦੇ ਕੇ ਗਿਆ ਸੀ ਜਿਹਦੇ ਨਾਲ ਤੁਹਾਡੀ ਗਰੀਬੀ ਮੁੱਕ ਸਕਦੀ ਸੀ, ਕੀ ਉਹ ਪਦਾਰਥ ਗਵਾ ਦਿੱਤਾ ਹੈ? ਤੇ ਭਗਤ ਜੀ ਕਹਿਣ ਲੱਗੇ ਜਿੱਥੇ ਰੱਖ ਕੇ ਗਿਆ ਸੀ ਉੱਥੇ ਦਾ ਉੱਥੇ ਹੀ ਪਿਆ ਭਾਈ, ਅਸੀਂ ਤੇ ਤੇਰੇ ਪਦਾਰਥ ਨੂੰ ਹੱਥ ਵੀ ਨਹੀਂ ਲਾਇਆ ਹੈ। ਇਹ ਹੈ ਭਗਤਾਂ ਦਾ ਸੰਤੋਖ, ਜਿਹਨੂੰ ਗੁਰੂ ਅਰਜਨ ਸਾਹਿਬ ਗੁਰੂ ਅਮਰਦਾਸ ਸਾਹਿਬ ਕਹਿੰਦੇ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਇਹ ਭਗਤ ਇੱਦਾਂ ਸੰਜਮ ਦੇ ਵਿੱਚ, ਸੰਤੋਖ ਦੇ ਵਿੱਚ ਜੀਵਨ ਬਤੀਤ ਕਰਦੇ ਹਨ। ਸੰਸਾਰੀ ਲੋਕ ਅਵਰ ਕਾਜ ਦੇ ਵਿੱਚ ਲੱਗੇ ਨੇ ਤੇ ਭਗਤ ਜਨ ਪਰਮਾਤਮਾ ਦੀ ਭਗਤੀ ਦੇ ਕਾਰਜ 'ਚ ਲੱਗਦੇ ਨੇ। ਕਬੀਰ ਸਾਹਿਬ ਕਹਿੰਦੇ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਕਬੀਰ ਹਰ ਵਕਤ ਪਰਮਾਤਮਾ ਨੂੰ ਧਿਆਉਂਦਾ, ਉਹਦੇ ਤੋਂ ਬਿਨਾਂ ਹੋਰ ਮਾਇਆ ਵੀ ਧੰਦੇ ਤੇ ਮਾਇਆ ਦੀ ਮੋਹ ਮਮਤਾ ਛੱਡ ਦਿੱਤੀ ਹੈ। ਅੱਗੇ ਕਬੀਰ ਸਾਹਿਬ ਫਰਮਾਨ ਕਰਦੇ ਹਨ ਕਬੀਰ ਪਰਦੇਸੀ ਕੇ ਘਾਗਰੈ ਚੌਂ ਦਿਸ਼ ਲਾਗੀ ਆਗ। ਕਬੀਰ ਸਾਹਿਬ ਜੀ ਹੁਣ ਇੱਥੇ ਬਾਹਰੀ ਤੌਰ 'ਤੇ ਜੇ ਆਪਾਂ ਇਸ ਸ਼ਲੋਕ ਦੇ ਅਰਥ ਕਰਦੇ ਹਾਂ ਤੇ ਉਹ ਅਰਥ ਹੋਰ ਹਨ, ਅੱਖਰੀ ਅਰਥ। ਪਰ ਜੋ ਕਬੀਰ ਸਾਹਿਬ ਇਸ ਸ਼ਲੋਕ ਦੇ ਰਾਹੀਂ ਵਿਚਾਰ ਭਾਵ ਸਾਨੂੰ ਸਮਝਾਉਣਾ ਚਾਹੁੰਦੇ ਹਨ, ਉਹਦੇ ਲਈ ਸ਼ਬਦ ਦੇ ਸ਼ਲੋਕ ਦੇ ਭਾਵ ਅਰਥਾਂ ਨੂੰ ਸਮਝਣਾ ਪਵੇਗਾ। ਕਬੀਰ ਸਾਹਿਬ ਕਹਿੰਦੇ ਜੀਵ ਸੰਸਾਰ ਦੇ ਵਿੱਚ ਕੀ ਹੈ, ਇੱਕ ਪਰਦੇਸੀ ਦੀ ਤਰ੍ਹਾਂ, ਇੱਕ ਮੁਸਾਫਰ ਦੀ ਤਰ੍ਹਾਂ ਇਹ ਸੰਸਾਰ ਅੰਦਰ ਆਇਆ ਹੈ ਤੇ ਇੱਕ ਦਿਨ ਇਹਨੇ ਸੰਸਾਰ ਰੂਪੀ ਮੁਸਾਫਰਖਾਨੇ 'ਚੋਂ ਚਲਿਆ ਜਾਣਾ ਜਦੋਂ ਜੀਵਨ ਦਾ ਸਫ਼ਰ ਖਤਮ ਹੋ ਗਿਆ। ਹੁਣ ਕਹਿੰਦੇ ਇਹ ਜਿਹੜਾ ਮੁਸਾਫਰ ਰੂਪ ਪਰਦੇਸੀ ਰੂਪ ਜੀਵ ਸੰਸਾਰ ਅੰਦਰ ਆਇਆ ਹੈ, ਇਹਦੇ ਆ ਸਰੀਰ ਰੂਪੀ ਘੱਗਰੇ ਦੇ ਉੱਪਰ ਸਰੀਰ ਤੇ ਚੌਂ ਦਿਸ਼ ਲਾਗੀ ਆਗ। ਚਾਰਾਂ ਪਾਸਿਆਂ ਤੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਜੀਵ ਤੇ ਲੱਗੀ ਹੈ। ਔਰ ਇਹ ਵਿਕਾਰਾਂ ਰੂਪੀ ਅੱਗ ਦਾ ਪ੍ਰਭਾਵ ਕਹਿੰਦੇ ਪੂਰੀ ਤਰ੍ਹਾਂ ਇਹਦੇ ਸਰੀਰ ਤੇ ਬਣਿਆ ਹੈ ਤੇ ਇਸ ਅੱਗ ਕਰਕੇ ਖਿੰਥਾ ਜਲ ਕੋਇਲਾ ਭਈ ਧਾਗੇ ਆਂਚ ਨਾ ਲਾਗ। ਇੱਕ ਹੈ ਕਹਿੰਦੇ ਬਾਹਰ ਦਾ ਸਰੀਰ, ਇੱਕ ਹੈ ਅੰਦਰ ਵਰਤਦੀ ਹੋਈ ਵਸਦੀ ਹੋਈ ਆਤਮਾ। ਇੱਥੇ ਉਹਨਾਂ ਨੇ ਸ਼ਬਦ ਵਰਤਿਆ ਹੈ ਖਿੰਥਾ। ਜਪਜੀ ਸਾਹਿਬ 'ਚ ਵੀ ਗੁਰੂ ਨਾਨਕ ਮਹਾਰਾਜ ਖਿੰਥਾ ਸ਼ਬਦ ਵਰਤਦੇ ਹਨ। ਇਹ ਖਿੰਥਾ ਦਾ ਭਾਵ ਹੈ ਖਫਣੀ। ਜੋਗੀ ਲੋਕ ਸਰੀਰ ਦੇ ਉੱਪਰ ਇੱਕ ਕੱਪੜਾ ਪਹਿਨਦੇ ਸਨ ਜਿਹਦੀਆਂ ਬਾਹਾਂ ਨਹੀਂ ਹੁੰਦੀਆਂ ਸਨ, ਗੋਡਿਆਂ ਤੱਕ ਉਹ ਪੁਸ਼ਾਕ ਤੇ ਉਹਦੇ ਦੋਵਾਂ ਪਾਸੇ ਖੁੱਲ੍ਹੇ ਜੇਬ ਆਦਿਕ ਰੱਖੀ ਹੁੰਦੀ ਸੀ, ਜਿਹਦੇ 'ਚ ਉਹ ਪਿਟਾਵਾਂ ਪਦਾਰਥ ਵੀ ਲੈ ਕੇ ਪਾਉਂਦੇ ਸਨ। ਮਹਾਰਾਜ ਜੋਗੀ ਦੀ ਉਦਾਹਰਣ ਦੇ ਕੇ ਕਬੀਰ ਸਾਹਿਬ ਗੱਲ ਕਰ ਰਹੇ ਹਨ ਕਿ ਸਮਝੋ ਜਿਵੇਂ ਇੱਕ ਜੋਗੀ ਨੇ ਬਾਹਰੋਂ ਉਹ ਖਿੰਥਾ, ਉਹ ਗੋਦੜੀ ਪਹਿਨੀ ਹੈ, ਘੱਗਰਾ ਪਹਿਨਿਆ, ਉਹਨੂੰ ਅੱਗ ਲੱਗ ਗਈ ਤੇ ਅੱਗ ਲੱਗ ਕੇ ਉਹ ਜਿਹੜਾ ਪੁਸ਼ਾਕ ਪਹਿਨੀ ਉਹ ਤੇ ਸੜ ਗਈ, ਅੰਦਰ ਜੋਗੀ ਨੂੰ ਕੁਝ ਨਾ ਹੋਇਆ। ਇਸੇ ਤਰ੍ਹਾਂ ਕਹਿੰਦੇ ਸਰੀਰ ਮਾਨੋ ਉਹ ਪੁਸ਼ਾਕ ਦੀ ਤਰ੍ਹਾਂ ਹੈ, ਅੰਦਰ ਵਰਤਦੀ ਹੈ ਆਤਮਾ, ਬਾਹਰ ਦੇ ਵਿਕਾਰਾਂ ਦੀ ਲੱਗੀ ਹੋਈ ਅੱਗ ਦਾ ਪ੍ਰਭਾਵ ਕਾਇਆ ਤੇ ਪਿਆ। ਸਰੀਰ ਤਾਂ ਭਾਵੇਂ ਵਿਕਾਰਾਂ ਦੀ ਅੱਗ ਨੇ ਸਾੜ ਦਿੱਤਾ ਪਰ ਅੰਦਰ ਦੀ ਆਤਮਾ ਤੇ ਉਹਦਾ ਕੋਈ ਪ੍ਰਭਾਵ ਨਾ। ਜਾਂ ਜਿਹੜਾ ਕੇਵਲ ਵਿਕਾਰਾਂ 'ਚ ਅਟਕ ਗਿਆ ਉਹ ਤੇ ਵਿਕਾਰਾਂ ਦੀ ਅੱਗ ਦੇ ਵਿੱਚ ਸੜ ਜਾਂਦਾ ਹੈ, ਪਰ ਜਿਹੜਾ ਵਿਕਾਰਾਂ ਤੋਂ ਮੁਕਤ ਹੋ ਗਿਆ ਉਹਦੇ ਤੇ ਫਿਰ ਕਿਸੇ ਤਰ੍ਹਾਂ ਦਾ ਇਸ ਅੱਗ ਦਾ ਪ੍ਰਭਾਵ ਨਹੀਂ ਪੈਂਦਾ ਹੈ। ਕਬੀਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ। ਅੱਗੇ ਫਿਰ ਕਬੀਰ ਸਾਹਿਬ ਇਸੇ ਵਿਚਾਰ ਦੀ ਲੜੀ ਨੂੰ ਅੱਗੇ ਤੋਰਦਿਆਂ ਕਹਿੰਦੇ ਕਿ ਵਿਕਾਰਾਂ ਦੀ ਅੱਗ ਕਰਕੇ ਇਹ ਜਿਹੜੀ ਸਰੀਰ ਰੂਪੀ ਖਫਣੀ ਸੀ, ਖਿੰਥਾ ਸੀ, ਇਹ ਤੇ ਵਿਕਾਰਾਂ ਦੀ ਅੱਗ ਨੇ ਸਾੜ ਕੇ ਸਵਾਹ ਕਰ ਦਿੱਤੀ ਤੇ ਜਿਹੜਾ ਮਨ ਰੂਪੀ ਖੱਪਰ ਸੀ ਉਹ ਵੀ ਫੁੱਟ ਗਿਆ, ਉਹ ਵੀ ਟੁਕੜੇ ਟੁਕੜੇ ਹੋ ਗਿਆ। ਮਨ ਤੇ ਵੀ ਵਿਕਾਰਾਂ ਦਾ ਪ੍ਰਭਾਵ ਤੇ ਤਨ ਤੇ ਵੀ ਵਿਕਾਰਾਂ ਦਾ ਪ੍ਰਭਾਵ। ਜੋਗੀ ਬੱਪੜਾ ਖੇਲਿਓ ਆਸਣ ਰਹੀ ਵਿਭੂਤ। ਕਹਿੰਦੇ ਇਹ ਜਿਹੜਾ ਜੋਗੀ ਬੱਪੜਾ ਸੀ, ਜਿਹੜੇ ਆਸਣ ਤੇ ਬੈਠਾ ਸੀ, ਉਹ ਆਸਣ ਵੀ ਵਿਭੂਤ ਭਾਵ
ਸੜ ਕੇ ਸਵਾਹ ਹੋ ਗਿਆ। ਇੱਦਾਂ ਜੋਗੀ ਜੀਵਨ ਦੀ ਜਿਹੜੀ ਖੇਡ ਸੀ ਉਹਨੂੰ ਵਿਅਰਥ ਗਵਾ ਕੇ ਸੰਸਾਰ ਤੋਂ ਚਲਿਆ ਗਿਆ। ਜੀਵਨ ਤੇ ਮਿਲਿਆ ਸੀ ਪਰਮਾਤਮਾ ਨੂੰ ਧਿਆਉਣ ਦੇ ਲਈ, ਮਨ ਕਰਕੇ ਵੀ ਧਿਆਉਣਾ ਸੀ, ਤਨ ਕਰਕੇ ਵੀ ਧਿਆਉਣਾ ਸੀ ਤੇ ਜੁੜਨਾ ਸੀ ਸਤ ਸੰਗਤ ਅੰਦਰ। ਪਰ ਕਹਿੰਦੇ ਨਾ ਇਹਨੇ ਮਨ ਕਰਕੇ ਪਰਮਾਤਮਾ ਨੂੰ ਧਿਆਇਆ, ਨਾ ਇਹਨੇ ਤਨ ਕਰਕੇ ਪਰਮਾਤਮਾ ਨੂੰ ਧਿਆਇਆ, ਤੇ ਨਾ ਇਹ ਸਤ ਸੰਗਤ ਰੂਪੀ ਉੱਤਮ ਅਸਥਾਨ ਦੇ ਵਿੱਚ ਜੁੜ ਸਕਿਆ, ਜਿਸ ਕਰਕੇ ਅੰਦਰੋਂ ਤੇ ਬਾਹਰੋਂ ਵਿਕਾਰਾਂ ਦਾ ਐਸਾ ਪ੍ਰਭਾਵ ਬਣਿਆ। ਬਾਹਰ ਮਾੜੀ ਸੰਗਤ ਕਰਕੇ ਜੀਵਨ ਤੇ ਮਾੜੀ ਰੰਗਤ ਚੜੀ। ਅੰਦਰ ਬੈਠੇ ਹੋਏ ਵਿਕਾਰਾਂ ਰੂਪੀ ਚੋਰਾਂ ਨੇ ਅੰਦਰ ਦੀਆਂ ਚੰਗਿਆਈਆਂ ਨੂੰ ਲੁੱਟ ਲਿਆ। ਨਾ ਅੰਦਰ ਪਰਮਾਤਮਾ ਦੀ ਭਗਤੀ ਦਾ ਬੀਜ ਉਪਜ ਸਕਿਆ, ਨਾ ਬਾਹਰੋਂ ਇਹ ਤਨ ਕਰਕੇ ਕੋਈ ਸ੍ਰੇਸ਼ਟ, ਕੋਈ ਉੱਤਮ ਤੇ ਕੋਈ ਚੰਗਾ ਕਰਮ ਕਰ ਸਕਿਆ, ਜਿਸ ਕਰਕੇ ਮਿਲਿਆ ਤੇ ਸੀ ਜੀਵਨ ਬੜਾ ਕੀਮਤੀ, ਬੜਾ ਅਮੋਲਕ। ਪਰ ਚੱਲਿਓ ਜੁਆਰੀ ਦੋਏ ਕਰ ਝਾਰ। ਇਹ ਜੁਆਰੀ ਜੀਵਨ ਦੀ ਬਾਜੀ ਨੂੰ ਹਾਰ ਕੇ ਖਾਲੀ ਹੱਥ ਸੰਸਾਰ ਤੋਂ ਚਲਿਆ ਗਿਆ, ਖਾਲੀ ਹੱਥ ਸੰਸਾਰ ਤੋਂ ਤੁਰ ਗਿਆ। ਗੁਰੂ ਕਹਿੰਦੇ ਜੀਵਨ ਬਹੁਤ ਕੀਮਤੀ ਅਮੋਲਕ ਮਿਲਿਆ। ਆਇਓ ਲਾਭ ਲਾਭਣ ਕੈ ਤਾਈ, ਮੋਨ ਠਗੌਰੀ ਸਿਓ ਉਰਜ ਪਰਾ। ਆਇਆ ਤੇ ਹੈ ਜੀਵ ਜਗਤ ਅੰਦਰ, ਸੰਸਾਰ ਅੰਦਰ ਇੱਕ ਲਾਭ, ਇੱਕ ਲਾਹਾ ਖੱਟਣ ਦੇ ਲਈ। ਪਰ ਇੱਥੇ ਆ ਕੇ ਜਦੋਂ ਇਹ ਵਿਕਾਰਾਂ 'ਚ ਉਲਝ ਜਾਂਦਾ ਹੈ, ਮਾਇਆ ਮੋਹ ਦੇ ਪ੍ਰਭਾਵ 'ਚ ਅਟਕ ਜਾਂਦਾ ਹੈ, ਪਦਾਰਥਾਂ 'ਚ ਅਟਕ ਜਾਂਦਾ ਹੈ, ਫਿਰ ਇਨਹੀ ਮਾਹੇ ਅਟਕ ਜੇ ਉਰਜੈ ਇੰਦਰੀ ਪ੍ਰੇਰ ਲਿਓ। ਜਿਹੜਾ ਜੀਵਨ ਦਾ ਮਨੋਰਥ ਉਹ ਇਹਨੂੰ ਵਿਸਰ ਜਾਂਦਾ, ਭੁੱਲ ਜਾਂਦਾ ਹੈ। ਜਿਹੜੀ ਮੰਜ਼ਿਲ ਤੇ ਇਹਨੇ ਪਹੁੰਚਣਾ ਹੈ, ਉਸ ਮੰਜ਼ਿਲ ਤੇ ਪਹੁੰਚਣਾ ਤੇ ਬੜੀ ਦੂਰ ਦੀ ਗੱਲ, ਮੰਜ਼ਿਲ ਦੇ ਸਹੀ ਰਸਤੇ ਵਾਲੇ ਪਾਸੇ ਵੀ ਚੱਲ ਨਹੀਂ ਪਾਉਂਦਾ ਹੈ। ਫਿਰ ਮਾਨੁਖ ਬਿਨ ਬੂਝੈ ਬਿਰਥਾ ਆਇਆ, ਅਨੇਕ ਸਾਜ ਸ਼ਿੰਗਾਰ ਬਹੁ ਕਰਤਾ, ਜੋ ਮਿਰਤਕ ਉਡਾਇਆ। ਹਜੂਰ ਕਹਿੰਦੇ ਜਿਹੜੇ ਬੰਦੇ ਨੂੰ ਇਹ ਹੀ ਪਤਾ ਨਹੀਂ ਮੈਂ ਸੰਸਾਰ ਅੰਦਰ ਲੈਣ ਕੀ ਆਇਆ ਹਾਂ, ਬੇਸ਼ੱਕ ਉਹ ਸੋਹਣਾ ਖਾਂਦਾ ਪਿਆ ਹੋਵੇ, ਸੋਹਣਾ ਪਹਿਨਦਾ ਪਿਆ ਹੋਵੇ, ਸੋਹਣਾ ਬਾਹਰੋਂ ਭੋਗਦਾ ਪਿਆ ਵੀ ਹੋਵੇ, ਪਰ ਉਹਦੀ ਹਾਲਤ ਇੱਦਾਂ ਹੈ ਜਿਵੇਂ ਮੁਰਦੇ ਨੂੰ ਸ਼ਿੰਗਾਰ ਕੀਤਾ ਜਾ ਰਿਹਾ ਹੈ। ਤੇ ਜਿਵੇਂ ਮੁਰਦੇ ਦੇ ਕੀਤੇ ਹੋਏ ਸ਼ਿੰਗਾਰ ਕਿਸੇ ਲੇਖੇ ਨਹੀਂ ਹੈ, ਇਸੇ ਤਰ੍ਹਾਂ ਜਿਹਨੂੰ ਆਪਣੇ ਜੀਵਨ ਦੇ ਮਕਸਦ ਦਾ, ਮਨੋਰਥ ਦਾ ਪਤਾ ਨਹੀਂ, ਮੈਂ ਇੱਥੇ ਕਿਉਂ ਆਇਆ ਹਾਂ, ਇਸ ਚੀਜ਼ ਦਾ ਜਿਹਨੂੰ ਅਹਿਸਾਸ ਨਹੀਂ ਹੈ, ਉਹਦਾ ਆਉਣਾ ਵੀ ਬਿਲਕੁਲ ਵਿਅਰਥ ਹੈ। ਗੁਰੂ ਬਾਣੀ ਰਾਹੀਂ ਸਾਨੂੰ ਸਮਝਾਉਂਦੇ ਨੇ ਕਿ ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੋ ਗੁਰੂ ਕਿਰਪਾ ਕਰੇ, ਗੁਰੂ ਕੇ ਉਪਦੇਸ਼ ਸਾਡੇ ਹਿਰਦੇ 'ਚ ਵਸਣ, ਗੁਰਮਤਿ ਗਿਆਨ ਦੇ ਧਾਰਨੀ ਬਣ ਕੇ ਰੱਬੀ ਰਾਹ ਤੇ, ਧਰਮ ਦੇ ਰਸਤੇ ਤੇ, ਗੁਰਮਤਿ ਦੇ ਰਸਤੇ ਤੇ ਚੱਲੀਏ, ਜੀਵਨ ਸਫਲ ਹੋਵੇ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ